श्लोक टूटे बंधन जन्म मरण, साध सेवा सुख पाए। नानक मनो न विसरै, गुण निध गोबिंद राय। पौड़ी टहल करो तो एक की, जाते वृथा न कोय। मन तन मुख हिये बसै, जो चाहो सो होए। टहल मैल ताको मिलै, जाको साध कृपाल। साधु संगत तो बसै, जापन होए दयाल। टोहे टाहे बहु पवन, बिन नावै सुख नाहि। टहल जाम के दूत ते, जो साधु संग समाहि। बार जाऊं संत सद के, नानक पाप बिनासे कद के। बार बार जाऊं संत सद के, नानक पाप बिनासे कद के। वाहिगुरु जी का खालसा, वाहिगुरु जी की फतेह। धन गुरु अर्जन देव महाराज इस बाणी दे विच असीं अखर दर अखर विचार रहे हैं। 27 नंबर पौड़ी है ते श्लोक सतगुरु ने इस अखर दे अंदर जिन्हों असीं टैंका आखदे हां उहदा जिक्र किया। 52 अखरां दे विच 52 दे विच टा दी आवाज़ आउंदी है, जिथे साडी जीभ दा तालूए दे नाल, सख्त तालूए दे नाल टच हुंदी है। कुछ अखर ने जिवें टैंका ट ठ ड ट, इहदे नाल साडी जिहड़ा सख्त तालूआ है उहदे नाल साडी जीभ टच हुंदी उपर जाके, फिर ये अखर पैदा हुंदा। मैं कई बार जिक्र किया भी कुछ अखर ने जदों दंद जुड़ जाते हैं, दंदां की बैक साइड ते साडी जीभ जुड़दी है, फिर अखर आउंदा है। ते कुछ अखर इहो जिहे ने भी जिहड़े दंदां दे विचकार आके जीभ आ जाए फिर वो उचारण हुंदा है, ता था दा। कुछ ने जदों साडे लिप्स बुल जुड़ जाते हैं, हवा रुक जाती है, फिर एकदम खोलते हैं, फिर बोले जाते हैं पा फा बा, ये इस तरह। तो जिहड़ा टैंका अखर है ये तालूए दे नाल टच हुंदा है। तो इहदे विच गुरु पातशाह ने अगला अखर बयान किया, टूटे बंधन जन्म मरण, साध सेव सुख पाए। जिहड़ा बंधन है ना जन्म ते मरण दा, ये बाबा जी कहते बंधन टुट जाता है। शायद ये आपां श्लोक की पहले दिन व्याख्या की सी, फिर गुरपुरब करके असीं डले कर दिता सी। ते नानक मनो न बिसरे, गुण निध गोबिंद राय। जिहड़े जिस जीव दे जन्म मरण दे जिहड़े ने, आवागमन दे जिहड़े ने, मन दे फुरनियां दे जिहड़े बंधन ने ना, ये टुट जाते हैं। मैं उस दिन भी जिक्र किया भी कुछ बंधन इहो जिहे ने जिन्हों असीं समाज करके ने, कुछ साडे मन करके ने, कुछ साडे धर्म करके ने। बंधन
ਜਿਹੜੇ ਸਰੀਰ ਦੇ ਬੰਧਨ ਹੁੰਦੇ ਨੇ ਤਾਂ ਕੋਈ ਵੀ ਨਹੀਂ ਰੱਖਦਾ, ਬੰਧਨ 'ਚ ਰਹਿ ਜੇ। ਕੋਈ ਮੈਂਟਲੀ ਤੌਰ 'ਤੇ ਬੰਦਾ ਵੀਕ ਕਮਜ਼ੋਰ ਹੋਵੇ, ਉਹਨੂੰ ਭਾਵੇਂ ਸੰਗਲਾਂ 'ਚ ਬੰਨ੍ਹ ਕੇ ਰੱਖ ਲੈਣ। ਦੂਜਾ ਕਿਸੇ ਬੰਧਨ 'ਚ ਰਹਿੰਦਾ ਹੀ ਨਹੀਂ। ਜਿੱਥੇ ਬੰਧਨ ਜਿਹੜਾ ਦੁਖਦਾਈ ਹੋ ਜਾਂਦਾ ਨਾ, ਉਹਨੂੰ ਛੱਡ ਦਿੰਦਾ। ਮੈਂ ਤਾਂ ਦੁਖੀ ਹਾਂ, ਮੈਂ ਨਹੀਂ ਬੰਧਨ 'ਚ ਰਹਿ ਸਕਦਾ। ਉਹ ਬੰਨਣ ਹੁੰਦਾ ਕਿਸੇ ਚੀਜ਼ ਦਾ ਹੋ ਜੇ, ਜਿਸ ਤੇ ਮਨ ਤੇ ਚੋਟ ਵੱਜੇ, ਇਹ ਬੰਧਨ ਬਣ ਜਾਂਦਾ। ਕਹਿੰਦੇ ਇੱਕ ਵਾਰ ਕੋਈ ਜ਼ਿਮੀਂਦਾਰ ਖੇਤ 'ਚ ਕੰਮ ਕਰ ਰਿਹਾ ਸੀ ਧੁੱਪ ਦੇ ਦਿਨਾਂ 'ਚ, ਤੇ ਕੋਈ ਬੰਦਗੀ ਵਾਲੀ ਰੂਹ ਲੰਘੀ ਜਾ ਰਹੀ ਸੀ, ਤੇ ਉਹਨਾਂ ਮਹਾਂਪੁਰਸ਼ਾਂ ਨੂੰ ਵੇਖ ਕੇ ਕਹਿੰਦਾ ਬਾਬਿਆਂ ਨੂੰ ਮੌਜ ਹੈ, ਆਰਾਮ ਦੇ ਨਾਲ ਚਿੱਟੇ ਕੱਪੜੇ ਪਾਉਂਦੇ ਨੇ ਤੇ ਵਧੀਆ ਖਾਂਦੇ ਨੇ, ਪੱਖੇ ਥੱਲੇ ਬਹਿੰਦੇ ਨੇ, ਅਸੀਂ ਐਵੇਂ ਧੁੱਪ ਥੱਲੇ ਸੜਦੇ ਰਹਿੰਦੇ ਹਾਂ। ਤੇ ਮਹਾਂਪੁਰਸ਼ਾਂ ਨੇ ਸੁਣ ਲਿਆ ਤੇ ਕੋਲੇ ਜਾ ਕੇ ਕਹਿੰਦੇ ਸੱਜਣਾ ਵੀ ਕੱਲ੍ਹ ਤੂੰ ਸਾਡੇ ਕੋਲੇ ਆਈ, ਸਾਡੇ ਸਥਾਨ ਤੇ ਆਈ। ਕਹਿੰਦਾ ਜੀ ਠੀਕ ਹੈ। ਚਲਿਆ ਗਿਆ। ਉਹ ਦੂਸਰੇ ਦਿਨ ਜਦੋਂ ਗਿਆ ਤੇ ਉਹਨਾਂ ਨੇ ਕੀ ਕੀਤਾ, ਕਹਿੰਦੇ ਬੈਠ ਜਾ ਭਾਈ, ਤੂੰ ਕੰਮ ਕੀ ਕਰਦਾ? ਜੀ ਖੇਤੀਬਾੜੀ, ਸਾਰਾ ਦਿਨ ਧੁੱਪੇ ਰਹੀਦਾ, ਧੁੱਪ ਛਾਂ ਮੀਂਹ ਸਭ ਕੁਛ ਚੱਲਦੇ ਆ। ਤੇ ਉਹ ਕਹਿੰਦੇ ਵੀ ਤੂੰ ਫਿਰ ਕੰਮ ਕਰਦਾ ਹੈ, ਕਿੰਨੀ ਕੁ ਤੈਨੂੰ ਦਿਹਾੜੀ ਮਿਲ ਜਾਂਦੀ ਹੈ, ਕਿੰਨਾ ਕੁ ਤੇਰਾ ਪੈਸਾ ਬਣ ਜਾਂਦਾ? ਕਹਿੰਦੇ ਜੀ ਇੰਨੇ। ਤੇ ਮਹਾਂਪੁਰਸ਼ ਕਹਿੰਦੇ ਫਿਰ ਕੋਈ ਗੱਲ ਨਹੀਂ, ਅਸੀਂ ਤੈਨੂੰ ਘੰਟੇ ਦੇ ਇੰਨੇ ਪੈਸੇ ਦੇ ਦਾਂਗੇ, ਇੱਕ ਘੰਟੇ ਦੇ ਬੈਠਣ ਦੇ ਇੰਨੇ ਪੈਸੇ ਨੇ ਤੇ ਦਿਹਾੜੀ ਦੇ ਇੰਨੇ ਬਣ ਜਾਣਗੇ। ਇੰਨੇ ਤਾਂ ਤੇਰੇ ਜਿੰਨਾ ਤੂੰ ਕੰਮ ਕਰਦਾ ਉਹਨੂੰ ਦੁੱਗਣੇ ਤਿੱਗਣੇ ਨੇ। ਕਹਿੰਦੇ ਫਿਰ ਕੰਮ ਕੀ ਕਰਨਾ? ਕਹਿੰਦੇ ਕੰਮ ਕੁਛ ਨਹੀਂ ਕਰਨਾ, ਆਹ ਕਮਰਾ ਸਾਡਾ ਖਾਲੀ ਏ, ਇੱਥੇ ਚੌਂਕੜਾ ਮਾਰ ਲਾ, ਪੱਖਾ ਲੱਗਿਆ ਹੋਇਆ ਹੈ, ਆਰਾਮ ਨਾਲ ਠੰਡਾ ਹੈ, ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਖਾ ਪੀ ਜੋ ਮਰਜ਼ੀ ਆਰਾਮ ਨਾਲ ਅੰਦਰ ਬੈਠਾ ਰਹੇ, ਤੇ ਸ਼ਾਮ ਨੂੰ ਤੈਨੂੰ ਘਰ ਨੂੰ ਭੇਜ ਦਾਂਗੇ। ਬਸ ਇੰਨੇ ਕੰਮ ਆ। ਉਹ ਕਹਿੰਦੇ ਕੋਈ ਗੱਲ ਹੀ ਨਹੀਂ ਜੀ, ਬਹਿ ਜਾਂਗੇ, ਇਦੋਂ ਵਧੀਆ ਹੋਰ ਕੀ ਚਾਹੀਦਾ। ਬੈਠ ਗਏ ਚੌਂਕੜਾ ਮਾਰ ਕੇ। ਹੁਣ ਕੁਝ ਸਮਾਂ ਤਾਂ ਐਂ ਚਾਅ ਸੀਗਾ ਵੀ ਲੈ ਆ ਤਾਂ ਆਨੰਦ ਹੀ ਬਹੁਤ, ਉੱਪਰ ਪੱਖਾ ਚੱਲਦਾ, ਚੌਂਕੜਾ ਮਾਰਿਆ, ਇੱਥੇ ਕਿਹੜਾ ਕੋਈ ਫਰਕ ਪੈਂਦਾ, ਆਰਾਮ ਨਾਲ ਬੈਠਿਆ, ਸ਼ਾਮ ਨੂੰ ਦਾੜੀ ਲਵਾਂਗੇ, ਆਪਦੇ ਘਰੇ ਜਾਵਾਂਗੇ। 1 ਘੰਟਾ ਗੁਜ਼ਰਿਆ ਤੇ ਉਹ ਪਾਸੇ ਜੇ ਲੈਣ ਲੱਗ ਪਿਆ। 2 ਘੰਟੇ ਜੁੜੇ, ਗੋਡੇ ਕਿਧਰੇ ਖੜੇ ਹੋ ਗਏ। 2.5-3 ਘੰਟੇ ਲੰਘੇ, ਬੈਠਣਾ ਔਖਾ ਹੋ ਗਿਆ, ਕਦੇ ਇੱਧਰ ਨੂੰ ਕਦੇ ਉੱਧਰ ਨੂੰ। ਗੱਲ ਮੁੱਕਦੀ ਕਰ 3-3.5 ਘੰਟੇ ਜਦੋਂ ਲੰਘੇ ਨਾ, ਉੱਠ ਕੇ ਬਾਹਰ ਆ ਗਿਆ। ਕਹਿੰਦਾ ਬਾਬਾ ਜੀ ਇਹਦੇ ਨਾਲ ਤਾਂ ਧੁੱਪੇ ਚੰਗਾ, ਜਿਹੜਾ ਇੱਥੇ ਚੌਂਕੜਾ ਮਾਰ ਕੇ ਬਹਿਣਾ ਬੜਾ ਔਖਾ ਹੈ, ਇਹ ਬੰਧਨ 'ਚ ਬਹਿਣਾ ਔਖਾ ਹੈ। ਆਪਦੇ ਮਨ ਨੂੰ ਬਿਠਾ ਕੇ ਰੱਖਣਾ ਬਹੁਤ ਔਖਾ ਹੈ। ਸਰੀਰ ਨੂੰ ਤਾਂ ਬੰਦਾ ਬਿਠਾ ਲੈਂਦਾ, ਜਿਹੜਾ ਮਨ ਟਾਰੀਆਂ ਮਾਰਦਾ ਵੀ ਨਹੀਂ ਚਲੋ ਬਾਹਰ ਦੇਖੀਏ ਦੁਨੀਆਦਾਰੀ, ਇਹ ਬੜਾ ਔਖਾ ਏ। ਤਾਂ ਉਹ ਬੋਝ ਲੱਗਣ ਲੱਗ ਜਾਂਦੇ। ਸਿਰਫ ਫ੍ਰੀ ਬੈਠਣਾ ਹੀ ਸੀ, ਪਰ ਉਹ ਬੋਝ ਲੱਗਣ ਲੱਗ ਪਿਆ। ਬੋਝ ਲੱਗਦਾ ਏ। ਉਹ ਜਿਹੜਾ ਬੰਧਨ ਹੁੰਦਾ ਨਾ, ਉਹ ਬੜਾ ਬੰਦੇ ਨੂੰ ਤੰਗ ਕਰਦਾ। ਮੈਂ ਫਿਰ ਬੇਨਤੀ ਕਰਦਾ, ਸਰੀਰ ਦਾ ਬੰਧਨ ਤੁਸੀਂ ਕੱਪੜਾ ਨਵਾਂ ਸਵਾ ਲਓ, ਤੁਹਾਨੂੰ ਜੇ ਉਹ ਟਾਈਟ ਹੋ ਜੇ ਜਾਂ ਕੋਈ ਹੋਰ ਕੰਮ ਹੋਵੇ, ਤੁਹਾਨੂੰ ਪਸੰਦ ਨਾ ਆਵੇ, ਬੋਝ ਲੱਗਦਾ ਨਾ ਵੀ ਛੱਡੋ ਜੀ, ਮੈਨੂੰ ਨਹੀਂ ਵਧੀਆ ਲੱਗਦਾ, ਭਗਾ ਕੇ ਮਾਰੋਗੇ, ਕਿਸੇ ਨੂੰ ਦੇ ਦਿਓ, ਪਰ ਮੈਨੂੰ ਪਸੰਦ ਹੀ ਨਹੀਂ ਹੈਗਾ, ਬੋਝ ਲੱਗਣ ਲੱਗ ਗਿਆ। ਜਿਹੜਾ ਖਾਣਾ ਸਾਨੂੰ ਵਧੀਆ ਨਾ ਲੱਗੇ, ਨਹੀਂ ਮੇਰੇ ਵਾਸਤੇ ਬੋਝ ਆ, ਰੱਖੋ ਪਰੇ, ਮੈਂ ਨਹੀਂ ਖਾਣਾ। ਬੰਧਨ 'ਚ ਅਸੀਂ ਰਹਿ ਹੀ ਨਹੀਂ ਸਕਦੇ ਸਰੀਰ ਕਰਕੇ। ਪਰ ਜਿਹੜੇ ਮਨ ਦੇ ਬੰਧਨ ਨੇ ਨਾ, ਇਹ ਬੜੇ ਡਾਢੇ ਹੁੰਦੇ ਨੇ। ਇੱਥੇ ਬੰਦਾ ਬੜਾ ਭੱਜਦਾ ਏ। ਕੁਝ ਇਸ ਤਰ੍ਹਾਂ ਦੀਆਂ ਰੀਤਾਂ, ਇਸ ਤਰ੍ਹਾਂ ਦੇ ਰਿਵਾਜ ਮਨ ਦੇ ਬਣੇ ਪਏ ਨੇ, ਉਹ ਟੁੱਟਦੇ ਹੀ ਨਹੀਂ ਪਏ। ਇਹ ਬੰਧਨ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ। ਇਹ ਬੰਧਨ ਤੋੜੇ ਜਾਂਦੇ ਨੇ। ਇਹ ਬੰਧਨ ਸਾਡੇ ਮਨ ਦੇ ਨੇ, ਹੋਰ ਨਹੀਂ ਕੋਈ ਤੋੜ ਸਕਦਾ। ਮੈਂ ਰਾਤ ਵੀ ਜ਼ਿਕਰ ਕਰਿਆ ਸੀ। ਕੌਣ ਤੋੜਦਾ ਇਹਨੂੰ ਹੈ? ਕਹਿੰਦੇ ਸਾਧ ਸੇਵ ਸੁਖ ਹੋਏ। ਸ਼ਬਦ ਨੂੰ ਸੇਵਿਆ ਸੁਖ ਹੁੰਦਾ ਹੈ, ਗੁਰੂ ਨੂੰ ਸੇਵਿਆ ਸੁਖ ਹੁੰਦਾ ਹੈ। ਬਾਬਾ ਰਵਿਦਾਸ ਸਾਹਿਬ ਨੇ ਤਾਂ ਇਹੀ ਕਿਹਾ ਸੀ, ਤੁਮਰੇ ਭਜਨ
कटै जम फासा। ये फासा, ये बंधन है, इनू कोई नहीं कट सकता, होर नहीं कोई कट सकता ना। तेरा भजन कट सकता है, क्योंकि मन उत्थों टुटदा ही नहीं, मन जुड़िया रहिंदा है। ਜਦੋਂ ਇਹ ਮਨ ਹੁੰਦਾ ਹੈ ਸੇਵ ਸੁਖ ਹੋਏ, ਬਾਬਾ ਜੀ ਕਹਿੰਦੇ ਜਿਨ੍ਹਾਂ ਦੇ ਉਸ ਸੇਵਿਆ ਉਹਨੂੰ, ਵਾਹਿਗੁਰੂ ਨੂੰ, ਗੁਰੂ ਨੂੰ ਸੇਵ ਲਿਆ, ਫਿਰ ਉਹਨਾਂ ਦੇ ਬੰਧਨ ਟੁੱਟ ਗਏ। ਸਤਿਗੁਰ ਸਿੱਖ ਕੇ ਬੰਧਨ ਕਾਟੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਆਹ ਹੈ ਬੰਧਨ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਕਰ। ਦੇਖੀਦਾ ਹੀ ਨਾ ਸਾਡੇ ਮੁਲਕ ਦੇ ਹਾਲਾਤ ਇਸ ਤਰ੍ਹਾਂ ਦੇ ਨੇ, ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਹੈ। ਉਹ ਪੋਲੀਟਿਕਸ 'ਚ ਗੱਲਾਂ ਕਰਦੇ ਨੇ, ਦੇਸ਼ ਚਲਾਉਣ ਦੀਆਂ ਗੱਲਾਂ ਕਰਦੇ ਨੇ ਵੀ ਭਲਿਆ ਹੁਣ ਤਾਂ ਤੇਰੇ ਬੈਠ ਕੇ ਦਿਨ ਗੁਜ਼ਾਰਨ ਦੇ ਨੇ, ਪਰ ਨਹੀਂ। ਇਹਦਾ ਰੀਜ਼ਨ ਪਤਾ ਕੀ ਹੈ? ਅੰਦਰੋਂ ਮਨ ਨਹੀਂ ਛੱਡ ਰਿਹਾ, ਬੰਧਨ ਹੈ। ਕਿਵੇਂ ਟੁੱਟੇ, ਕਿਵੇਂ ਛੱਡੇ? ਇਹ ਅੰਦਰੋਂ ਬੰਧਨ ਹੈ, ਉਹਨੂੰ ਛੱਡ ਹੀ ਨਹੀਂ ਰਿਹਾ। ਇਹ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਦ ਤੱਕ ਗੁਰੂ ਦਾ ਸ਼ਬਦ ਨਾ ਅੰਦਰ ਆਏ ਤੇ ਬੰਧਨ ਨਹੀਂ ਛੱਡੇ ਜਾਂਦੇ, ਉਹਨਾਂ ਚਿਰ ਬੰਧਨ ਨਹੀਂ ਮੁਕਦੇ। ਗੁਰੂ ਤੋੜਦਾ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਮੁਕਤ ਕਰਦਾ ਹੈ, ਬੰਧਨ ਕੱਟ ਕੇ ਮੁਕਤ ਹੁੰਦਾ ਹੈ। ਮੈਂ ਫਿਰ ਬੇਨਤੀ ਕਰਾਂ, ਸਰੀਰ ਕਰਕੇ ਤਾਂ ਜਿਹੜੇ ਬੰਧਨ ਨੇ ਉਹ ਤਾਂ ਬੰਦਾ ਮਿੰਟ ਲਾਉਂਦਾ, ਆਪ ਹੀ ਲਾ ਦਿੰਦਾ ਗਲ 'ਚੋਂ। ਕਿਸੇ ਵੀ ਤਰ੍ਹਾਂ ਦਾ ਬੰਧਨ ਹੋਵੇ ਨਾ, ਮਾਫੀ ਚਾਹਾਂਗਾ, ਬੜੇ ਬੜੇ ਲੋਕਾਂ ਨੇ ਰਿਸ਼ਤੇ ਤੋੜੇ ਨੇ ਆਪਦੇ। ਕਹਿੰਦੇ ਜੀ ਹੁਣ ਸਾਨੂੰ ਤਾਂ ਬੰਨਣ ਹੀ ਲੱਗਦਾ, ਇਹ ਬੜਾ ਔਖਾ ਗਾ। ਉਹ ਬੰਨਣ ਲੱਗਣ ਲੱਗ ਜਾਂਦਾ। ਜਿਹੜੀ ਚੀਜ਼ ਬੰਨਣ ਲੱਗਦੀ ਉਹ ਕਿੱਥੇ ਰਹਿ ਜਾਂਦਾ। ਪਰ ਜਿਹੜਾ ਮਨ ਦਾ ਬੋਝ ਬਣ ਜਾਏ, ਮਨ ਵਿੱਚੋਂ ਛੱਡਿਆ ਹੀ ਨਾ ਜਾਵੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦੇ ਨਾਲ ਬੰਨਣ ਪਏ ਹੋਏ ਨੇ ਮਨ ਨੂੰ, ਇਹ ਛੱਡ ਹੀ ਨਹੀਂ ਸਕਦਾ ਮਨ। ਲਾਲਸਾ ਇਹਦੇ ਵਿੱਚ ਹੈ, ਅਟੈਚਮੈਂਟ ਇਹਦੇ ਵਿੱਚ ਹੈ, ਖਿੱਚ ਇਹਦੇ ਵਿੱਚ ਹੈ, ਤੇ ਟੁੱਟਦੇ ਨਹੀਂ। ਫਿਰ ਕੌਣ ਤੋੜਦਾ? ਗੁਰੂ ਤੋੜਦਾ ਹੈ, ਕਿਉਂਕਿ ਉਹ ਆਪ ਮੁਕਤ ਹੈ। ਜਿਹੜਾ ਆਪ ਮੁਕਤ ਹੋਊਗਾ ਦੂਜੇ ਨੂੰ ਮੁਕਤ ਕਰ ਸਕਦਾ ਹੈ, ਵਰਨਾ ਹੋਰ ਨਹੀਂ ਕੋਈ ਹੋ ਸਕਦਾ। ਆਪ ਮੁਕਤ ਅਵਰੈ ਮੁਕਤ ਕਰਾਵੇ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਉਹਨੂੰ ਨਮਸਕਾਰ ਹੈ। ਆਪ ਮੁਕਤ ਹੋ ਜਾਂਦਾ, ਦੂਜੇ ਨੂੰ ਮੁਕਤ ਕਰਨ ਦੀ ਤਾਕਤ ਹੁੰਦੀ ਹੈ। ਤਾਂ ਗੁਰੂ ਸਾਹਿਬ ਬਾਬਾ ਜੀ ਕਹਿੰਦੇ ਭਾਈ ਨਾਨਕ ਮਨੋ ਨਾ ਵਿਸਰੈ। ਜਦ ਤੋਂ ਮਨ 'ਚ ਇਹ ਵਿਸਰਦਾ ਨਹੀਂ, ਸੰਸਾਰ ਨਹੀਂ ਵਿਸਰਦਾ, ਉਹਨਾਂ ਚਿਰ ਬੰਧਨ ਨੇ। ਤੇ ਜਦੋਂ ਸੰਸਾਰ ਤੋਂ ਇਹ ਵਿਸਰ ਗਿਆ, ਅੰਦਰ ਪਰਮੇਸ਼ਰ ਆ ਗਿਆ, ਫਿਰ ਮਨ ਤੋਂ ਰੱਬ ਨਹੀਂ ਕਦੇ ਵਿਸਰਦਾ, ਕਿਉਂਕਿ ਮਨ ਹੀ ਬੰਧਨ 'ਚ ਸੀ। ਮਨ ਤਾਂ ਹੁਣ ਬੰਧਨ 'ਚ ਨਹੀਂ, ਹੁਣ ਮਨ ਚਾਉ ਵਿੱਚ ਗੁਰੂ ਨਾਲ ਜੁੜਿਆ ਹੈ। ਨਾਨਕ ਮਨੋ ਨਾ ਵਿਸਰੈ, ਗੁਣ ਨਿਤ ਗੋਬਿੰਦ ਰਾਏ। ਜਿਹੜਾ ਗੋਬਿੰਦ ਰਾਏ ਹੈ, ਪਰਮਾਤਮਾ ਹੈ ਨਾ, ਉਹ ਗੁਣਾਂ ਦਾ ਖਜ਼ਾਨਾ ਕਦੇ ਮਨ ਤੋਂ ਵਿਸਰਦਾ ਹੀ ਨਹੀਂ ਹੈਗਾ, ਮਨ ਤੋਂ ਦੂਰ ਹੀ ਨਹੀਂ ਹੁੰਦਾ। ਜਦੋਂ ਮਨ ਤੋਂ ਉਹ ਦੂਰ ਨਹੀਂ ਹੁੰਦਾ ਹੈ, ਫਿਰ ਬੰਧਨ ਕਿਹਦਾ ਪੈਣਾ? ਇਹ ਬੰਧਨ ਹੈ, ਇਹ ਗੁਰੂ ਕੱਟਦਾ ਹੈ ਬੰਧਨ। ਅਗਲੀ ਪੰਕਤੀ ਵਿੱਚ ਪੌੜੀ ਤੋਂ ਬਾਅਦ ਸਾਹਿਬ ਗੁਰੂ ਬਾਬਾ ਜੀ ਕਹਿੰਦੇ, ਟਹਿਲ ਕਰੋ ਤੋ ਏਕ ਕੀ, ਜਾਂ ਤਿਬ੍ਰਿਥਾ ਨ ਕੋਏ। ਜੀ ਤੋਂ ਬਿਨਾਂ ਕੋਈ ਹੋਰ ਨਹੀਂ ਨਾ, ਉਹਦੀ ਟਹਿਲ ਕਰੀ ਜਾਂਦੀ ਹੈ। ਉਹਦੀ ਟਹਿਲ ਦੇ ਨਾਲ ਹੀ ਭਲਾ ਹੋ ਸਕਦਾ ਹੈ। ਮਨ ਤਨ ਮੁਖ ਹੀਏ ਵਸੇ, ਜੋ ਚਾਹੋ ਸੋ ਹੋਏ। ਮਨ ਦੇ ਅੰਦਰ ਸਿਹਾਰੀ ਹੈ, ਤਨ ਦੀ ਸਿਹਾਰੀ ਹੈ। ਮਨ ਵਿੱਚ, ਤਨ ਵਿੱਚ, ਮੁਖ ਵਿੱਚ। ਮਨ ਵਿੱਚ, ਤਨ ਵਿੱਚ, ਮੁਖ ਵਿੱਚ। ਅੱਗੇ ਕਹਿੰਦੇ ਹੀਏ ਵਸੇ, ਜੋ ਚਾਹੋ ਸੋ ਹੋਏ। ਜਿਹਦੇ ਵਾਹਿਗੁਰੂ ਪਰਮੇਸ਼ਰ ਮਨ ਵਿੱਚ ਵੀ ਹੈ, ਤਨ ਵਿੱਚ ਵੀ ਹੈ, ਤੇ ਹੀਏ ਵਿੱਚ ਵੀ ਹੈ, ਹਿਰਦੇ ਵਿੱਚ ਵੀ ਹੈ, ਮੁਖ ਵਿੱਚ ਵੀ ਸਦਾ ਰਹਿੰਦਾ ਹੈ, ਤੇ ਫਿਰ ਉਹ ਜੋ ਚਾਹੇ ਫਿਰ ਉਹੀ ਹੋ ਸਕਦਾ। ਕਿਉਂਕਿ ਮਨ ਵਿੱਚ ਇਹ ਨਹੀਂ ਵੀ ਮਨ ਵਿੱਚ ਕੁਝ ਹੋਰ ਹੈ ਤੇ ਮੁਖ ਵਿੱਚ ਕੁਝ ਹੋਰ ਹੈ, ਉਹ ਤਾਂ ਡਬਲ ਹੋ ਗਿਆ ਨਾ, ਡਬਲਟੀ ਹੋ ਗਈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆਂ। ਫਰੀਦ ਸਾਹਿਬ ਕਹਿੰਦੇ ਜਿਨ ਮਨ ਹੋਰ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ। ਜਿਨ ਮਨ ਹੋਰ ਮੁਖ ਹੋਰ, ਮਨ ਵਿੱਚ ਕੁਝ ਹੋਰ ਤੇ ਮੁਖ ਵਿੱਚ ਕੁਝ ਹੋਰ। ਇਹਦਾ ਮਤਲਬ ਕਿ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ।
ਸੇ ਕਾਂਡੇ ਕੱਚੇ ਆ, ਉਹ ਕੱਚੇ ਨੇ। ਕਿਉਂਕਿ ਮਨ, ਗੁਰੂ ਪਾਤਸ਼ਾਹ ਕਹਿੰਦੇ ਮਨ ਤਨ ਮੁਖ ਹੀਏ ਵਸੇ, ਸਾਰੀ ਜਗ੍ਹਾ ਤੇ ਇੱਕੋ ਰੂਪ ਵਿੱਚ ਹੋਵੇ। ਕਹਿਣੀ ਤੇ ਕਥਨੀ ਇਹੀ ਹੁੰਦੀ ਹੈ। ਇਹ ਨਹੀਂ ਵੀ ਕਹਿਣਾ ਕੁਝ ਹੋਰ ਤੇ ਕਥਨ ਕੁਝ ਹੋਰ ਕਰਨਾ, ਨਾ। ਗੁਰੂ ਪਾਤਸ਼ਾਹ ਨੇ ਇਸੇ ਨੂੰ ਇੱਕ ਰੂਪ ਦਿੱਤਾ ਹੈ ਵੀ ਅੰਤਰ ਬਾਹਰ ਦੋਨੀ ਤੇਰੇ ਇੱਕ ਰੂਪ ਹੋਵੇ। ਜਦ ਤੱਕ ਬੰਦੇ ਦਾ ਇੱਕ ਰੂਪ ਨਹੀਂ ਹੁੰਦਾ ਉਹਨੂੰ ਦ੍ਰਿਸ਼ਟੀ ਨਹੀਂ ਹੁੰਦੀ ਹੈ। ਆ ਇਹ ਸੰਸਾਰ ਦੀ ਤਰਾਸਦੀ ਸੀ। ਗੁਰੂ ਬਾਬਾ ਜੀ ਦਾ ਅਸੀਂ ਰੋਜ਼ ਪੜ੍ਹਦੇ ਨੇ ਵੀ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਇਸ ਤੋਂ ਪਹਿਲਾਂ ਜਦੋਂ ਆਰਤੀ ਪੜ੍ਹਦੇ ਹਾਂ, ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਬ ਗੰਧ ਏਵ ਚਲਤ ਮੋਹੀ। ਜੇ ਇਹਨੂੰ ਥੋੜ੍ਹਾ ਦੇਖੋਗੇ ਬੜਾ ਔਖਾ ਜਿਹਾ ਲੱਗਦਾ ਵੀ ਪਤਾ ਨਹੀਂ ਪ੍ਰਨਾਂਸੀਏਸ਼ਨ ਕਿਹੋ ਜਿਹੀ ਹੈ, ਕਿਹੜੇ ਅੱਖਰ ਨੇ, ਕਾਹਦੀ ਹੈ, ਸਹਿਸ ਨੈਨ, ਇਹ ਸ਼ਬਦ ਕੁਝ ਔਖੇ ਲੱਗਦੇ ਨੇ। ਪਰ ਜਦੋਂ ਹੀ ਅਸੀਂ ਆਸ ਪੰਕਤੀਆਂ, ਇਹ ਤਾਂ ਕੋਈ ਔਖਾ ਨਹੀਂ ਲੱਗਦਾ ਵੀ ਸਭ ਮੈਂ ਜੋਤ, ਇਹਦਾ ਮਤਲਬ ਤਾਂ ਗੱਲ ਕਲੀਅਰ ਹੋ ਗਈ, ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ। ਹੁਣ ਇਹ ਜਿਹੜੀ ਗੱਲ ਹੈ, ਇਹੀ ਚੀਜ਼ ਗੁਰੂ ਪਾਤਸ਼ਾਹ ਸਾਨੂੰ ਦੇ ਰਹੇ ਨੇ, ਸੰਸਾਰ ਨੂੰ ਇਹ ਸਮਝਾਉਣਾ ਚਾਹੁੰਦੇ ਸੀ। ਮੈਂ ਰਾਤ ਵੀ ਜ਼ਿਕਰ ਕਰਿਆ ਸੀ ਕਿ ਜਿਹੜਾ ਉਸ ਵਕਤ ਦਾ ਸਮਾਜ ਹੈ ਨਾ, ਜਿਸ ਸਮਾਜ ਵਿੱਚ ਭਗਤੀ ਲਹਿਰ ਚੱਲਦੀ ਹੈ, ਤਾਂ ਉਹ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਅਧੋਗਤੀ ਸੀ। ਅਤੇ ਜਿਹੜੀ ਉਹ ਸੌੜੀ ਸੋਚ ਆ, ਉਹ ਅੱਜ ਵੀ ਹਿੰਦੁਸਤਾਨ ਦੇ ਕਈ ਕੋਨਿਆਂ ਵਿੱਚ ਅੱਜ ਵੀ ਬੋਲਦੀ ਹੈ। ਇਹ ਬੰਧਨ ਨੇ, ਫਰਕ ਕੋਈ ਨਹੀਂ ਹੈਗਾ। ਬਈ ਭਿੱਟਿਆ ਜਾਏ ਬੰਦਾ, ਇਹ ਤਾਂ ਬੜਾ ਸੀਗਾ ਜੀ, ਕਿਤੇ ਸ਼ੂਦਰ ਆ ਜਾਏ ਰਸਤੇ 'ਚ, ਇੱਧਰ ਤਾਂ ਗੜਬੜੀ ਹੋ ਗਈ, ਕੰਮ ਹੀ ਬੜਾ ਹੋ ਗਿਆ। ਹੱਥ ਲਾ ਦਿੱਤਾ, ਹੁਣ ਤੱਕ ਵੀ ਬੜੇ ਥੇਰੇ ਲੋਕ ਕਰਦੇ ਰਹੇ ਨੇ, ਭਿੱਟਿਆ ਗਿਆ, ਬੜਾ ਕੁਝ ਸੀ ਇਹ। ਖੈਰ ਉਹ ਕਹਿੰਦੇ ਨਾ, ਕਿਸੇ ਸੱਜਣ ਨੇ ਕਿਤੇ ਕਿਸੇ ਭਾਂਡੇ ਨੂੰ ਹੱਥ ਲਾਤਾ। ਪਿਛਲੇ ਕੁਛ ਦਹਾਕਿਆਂ 'ਚ ਸਾਡੇ ਵੀ ਪੰਜਾਬ ਦੀ ਧਰਤੀ 'ਤੇ ਰਿਹਾ ਗਾ, ਭਾਂਡੇ ਅਲੱਗ ਰੱਖੇ ਜਾਂਦੇ ਸੀ ਆਮ ਕਰਕੇ ਜੀ, ਇਹ ਸਾਡੇ ਘਰਾਂ ਦਾ ਸੀਰੀ ਹੈ, ਇਹਦੇ ਭਾਂਡੇ ਵੀ ਅਲੱਗ ਨੇ। ਮਾਫੀ ਚਾਹਾਂਗਾ ਮੈਂ, ਇਸ ਤਰ੍ਹਾਂ ਦੇ ਹਾਲਾਤ। ਉਹ ਕਹਿੰਦੇ ਕਿਤੇ ਕਿਸੇ ਦੇ ਭਾਂਡੇ ਨੂੰ ਹੱਥ ਲੱਗ ਗਿਆ ਅਤੇ ਉਹਨਾਂ ਨੇ ਉਹ ਕੀਤਾ ਨਾ, ਉਹ ਬਾਟਾ ਜਿਹੜਾ ਸੀਗਾ ਜਿਹਨੂੰ ਹੱਥ ਲੱਗਿਆ, ਅਤੇ ਉਹ ਉਹਨੂੰ ਅੱਗ ਵਿੱਚ ਸੁੱਟ ਕੇ ਉਹਨੂੰ ਫੂਕ ਕੇ ਕਰ ਰਹੇ ਸੀ ਉਹਨੂੰ ਸਾਫ਼। ਉਹ ਕਿਸੇ ਨੇ ਪੁੱਛਿਆ ਵੀ ਇਹਨੂੰ ਬਾਅਦ ਵਿੱਚ ਅੱਗ ਦੇ ਵਿੱਚ ਕੋਤੇ ਸੁੱਟਿਆ ਬਾਟੇ ਨੂੰ? ਉਹ ਕਹਿੰਦੇ ਜੀ ਨਹੀਂ, ਇਹਨੂੰ ਤਾਂ ਜੀ ਸ਼ੂਦਰ ਬੰਦੇ ਦਾ ਹੱਥ ਲੱਗ ਗਿਆ, ਪਿੱਟਿਆ ਗਿਆ, ਖਰਾਬ ਹੋ ਗਿਆ। ਉਹ ਕਹਿੰਦੇ ਅੱਛਾ, ਫਿਰ ਹੁਣ ਕੀ ਹੋਏਗਾ? ਹੁਣ ਇਹ ਐਨ ਅੱਗ ਨਾਲ ਸਾਫ਼ ਹੋ ਜਾਏਗਾ। ਉਹ ਕਹਿੰਦੇ ਵੀ ਮਤਲਬ ਇੰਨੀ ਜ਼ਿਆਦਾ। ਅੱਛਾ ਇੱਕ ਹੋਰ ਦੱਸੋ ਵੀ ਇਹਨੇ ਹੱਥ ਲਾਇਆ, ਸ਼ੂਦਰ ਨੇ ਹੱਥ ਲਾਇਆ ਅਤੇ ਇਹ ਪਿੱਟਿਆ ਗਿਆ, ਅਤੇ ਤੂੰ ਤਾਂ ਨਹੀਂ ਸ਼ੂਦਰ? ਕਹਿੰਦਾ ਨਾ, ਤੇਰੀ ਤਾਂ ਜਾਤ ਉੱਚੀ ਹੈ। ਕਹਿੰਦਾ ਹਾਂ, ਫਿਰ ਤੂੰ ਹੱਥ ਲਾ ਅਤੇ ਇਹਨੂੰ ਪਵਿੱਤਰ ਕਰ ਦੇ। ਅਗਰ ਉਹਦੇ ਹੱਥ ਲਾਇਆ ਇਹ ਮੈਲਾ ਹੋ ਸਕਦਾ ਏ, ਤੂੰ ਪਵਿੱਤਰ ਬੰਦਾ, ਤੇਰੀ ਜਾਤ ਉੱਚੀ, ਅਤੇ ਤੂੰ ਹੱਥ ਲਾ ਕੇ ਪਵਿੱਤਰ ਕਰ ਦੇ, ਕਾਹਨੂੰ ਅੱਗ 'ਚ ਫੂਕਿਆ ਇਹਨੂੰ? ਉਹ ਕਹਿੰਦਾ ਐਵੇਂ ਥੋੜ੍ਹੀ ਹੁੰਦਾ। ਕਹਿੰਦਾ ਫਿਰ ਤੇਰੇ ਨਾਲੋਂ ਸ਼ੂਦਰ ਚੰਗਾ ਜਿਹਦੇ ਹੱਥ 'ਚ ਤਾਕਤ ਤਾਂ ਹੈਗੀ ਹੈ ਵੀ ਕਿਸੇ ਭਾਂਡੇ ਨੂੰ ਹੱਥ ਲੱਗ ਜੇ ਅਤੇ ਸ਼ੂਦਰ ਉਹਨੂੰ ਕਰ ਦੇ, ਤੇਰੇ ਤਾਂ ਇਹ ਵੀ ਨਹੀਂ ਹੈਗੀ। ਇਹਦਾ ਮਤਲਬ ਤੇਰੇ ਹੱਥ 'ਚ ਕੋਈ ਪਾਵਰ ਨਹੀਂ, ਸ਼ੂਦਰ ਦੇ ਹੱਥ 'ਚ ਤਾਂ ਹੈਗੀ ਆ ਵੀ ਜੇ ਉਹ ਭਾਂਡੇ ਨੂੰ ਹੱਥ ਲਾ ਦੇ, ਘੱਟੋ ਘੱਟ ਭ੍ਰਿਸ਼ਟ ਤਾਂ ਕਰ ਦੇਗਾ, ਤੇ ਤੋਂ ਤਾਂ ਭ੍ਰਿਸ਼ਟ ਵੀ ਨਹੀਂ ਹੋਣਾ। ਇਹ ਖੋਪਰੀ ਦੇ ਵਿੱਚ ਸਮਝਾਈ ਸੀ ਗੁਰੂ ਨਾਨਕ ਪਾਤਸ਼ਾਹ ਦੀ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰ ਰਿਹਾ, ਇਹ ਕੀ ਇਹ ਬੰਧਨ ਇਹੀ ਨੇ, ਇਹ ਸਮਾਜ ਦੀ ਉਦੋਂ ਕੀਤੀ ਸੀਗੀ। ਗੁਰੂ ਨਾਨਕ ਪਾਤਸ਼ਾਹ ਜਦੋਂ ਗਏ ਨਾ ਇੱਧਰ ਤੀਰਥਾਂ ਵੱਲ, ਅਤੇ ਇੱਕ ਜਗ੍ਹਾ 'ਤੇ ਜਾ ਕੇ ਬੈਠਦੇ ਨੇ, ਕੀ ਵੇਖਦੇ ਨੇ, ਅਤੇ ਕੋਈ ਪੰਡਿਤ ਜੀ ਨੇ ਐਨ ਗੋਹੇ ਦਾ ਲੇਪ ਕੀਤਾ ਹੈ, ਚੌਂਕਾ ਬਣਾਇਆ, ਅਤੇ ਚੌਂਕਾ ਤਿਆਰ ਕਰਕੇ ਸਾਰਾ ਕੁਛ ਫਿਰ ਉਹ 'ਤੇ ਚੁੱਲ੍ਹਾ ਬਣਾ ਕੇ, ਚੁੱਲ੍ਹਾ ਬਣਾ ਕੇ ਅਤੇ ਆਪਣਾ ਕੁਛ ਬਣਾਉਣ ਵਾਸਤੇ ਧਰਿਆ ਵੀ ਇਹਦੇ 'ਤੇ ਬਣਾਵਾਂਗਾ। ਅਤੇ ਜਦੋਂ ਐਨ ਅੱਗ ਉੱਗ ਬਾਲ ਕੇ ਬੈਠ ਗਿਆ, ਹਜੇ ਚੌਂਕਾ ਹਜੇ ਸਮਥਿੰਗ ਗਿੱਲਾ ਹੀ ਸੀਗਾ ਨਾ, ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆ ਜਾ। ਕੀ ਕਰਨਾ ਮਹਾਰਾਜ? ਅਕਸਰ ਮੈਂ ਇੱਕ ਛੋਟੀ ਜਿਹੀ ਹੋਰ ਗੱਲ ਕਰਦਾ, ਜਦੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਾ ਕਿਤੇ ਨਾਲ ਜਾਂਦੇ ਨੇ, ਭਾਈ ਮਰਦਾਨਾ ਜੀ ਤੁਰੇ ਜਾਂਦੇ ਨੇ, ਤੂੰ ਪੁੱਛਦਾ ਏ ਵੀ ਤੁਸੀਂ ਤਾਂ ਕੋਈ ਰੱਬੀ ਰੂਹ ਹੋ, ਅਤੇ ਇਹ ਤਾਂ ਪਤਾ ਲੱਗਦਾ ਨਾ ਵੀ ਇੱਕ ਡੂਮ ਹੈ ਨਾਲ, ਇੱਕ ਮਾਰਸੀ ਹੈ, ਮਰਾਸੀ ਜਿਹਨੂੰ ਕਹਿੰਦੇ ਨੇ, ਵੀ ਤੁਹਾਡੇ ਨਾਲ ਪਤਾ ਲੱਗਦਾ ਵੀ ਆਮ ਕਰਕੇ ਸਭ ਤੋਂ ਜਿਵੇਂ ਕਹਿ ਲੈਂਦੇ ਸ਼ੂਦਰ ਜਾਤ ਦੀ, ਅਤੇ ਮਰਾਸੀਆਂ ਨੂੰ ਵੀ ਇਹੀ ਕਿਹਾ ਜਾਂਦਾ ਸੀ ਡੂਮ। ਉਹ ਪੁੱਛਣਾ ਵੀ ਇਹ ਜਿਹੜਾ ਤੁਹਾਡੇ ਨਾਲ ਬੰਦਾ ਹੈ ਵੀ ਇਹ ਤੁਹਾਡਾ ਕੋਈ ਗੋਲਾ ਹੈ, ਕੋਈ ਗੁਲਾਮ ਆ? ਬਾਬਾ ਜੀ ਕਹਿੰਦੇ ਨੋ, ਮੇਰਾ ਗੋਲਾ ਨਹੀਂ ਹੈਗਾ। ਅੱਛਾ ਫਿਰ ਖਾਦਮ ਹੋਏਗਾ, ਕੋਈ ਤੇਰਾ ਨੌਕਰ ਹੋਏਗਾ? ਕਹਿੰਦੇ ਨਹੀਂ ਨੌਕਰ ਵੀ ਨਹੀਂ ਹੈਗਾ। ਹਾਂ ਅੱਛਾ, ਫਿਰ ਕੋਈ ਸੇਵਕ ਹੋਏਗਾ?
बाबा नानक कहते नहीं नहीं सेवक भी नहीं है। फिर होर की है? बाबा नानक कहते मेरा भाई है, भाई मरदाना। ये है जी सोच नूं उच्चा करना। ये समाज में की सीगा, समाज च नहीं। फिर मैं वही बेनती करता, पढ़ो ही पंक्ति, यही चीज़ बार बार उत्थे लैके आएगी, एक ओंकार ते एक ते लैके आएगी। सब में जोत जोत है सोए, तिस दे चानण सब में चानण होए, गुरसाखी जोत प्रगट होए। असी इस एक दे कंसैप्ट नूं अजे तक क्लीयर नहीं कर सके, समझ नहीं सके एक की आ। मैं कल भी जिक्र कर रहा सी किते कि अजे तक तो साडी नज़रिया यही है भी भगत होर ने, गुरु होर ने। मैं बड़ियां नूं नाम लैंदे देखिया है ते वो मनण नूं तैयार नहीं है। मैं इस कॉन्सैप्ट नूं इस तरीके नाल बयान नहीं करना चाहुंदा भी कोई कंट्रोवर्सी वाली गल है, पर इनू समझो। जिहड़ा पानी आ नहर विच चलदा है, जिहड़ा समुद्र विच चलदा है, जिहड़ा दरिया विच चलदा, क्या फर्क है उस? जदों समुद्र च डिग गया फिर तो समुद्र ही हो गया ना, जिहड़ा मर्जी होवे, फिर तो एक हो गया। फिर किवें वखरा रह गया? फिर तुसीं किवें कहोगे जी नहीं 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 आ तां सतलुज दा पानी तुरया फिरदा विच, कह दोगे? नहीं कह सकदे, तो एक रूप हो गए। सब में जोत जोत है सोए, तो सारे विच जोत एक है। बाबा नानक जी कहते मेरा सेवक नहीं हैगा, इहदे विच भी जोत मेरे वाली भी है, ये मेरा भाई है, तां ना पिया है भाई मरदाना। खैर वो जदों ब्राह्मण जी ने अपना जिहड़ा ला के पोचा वगैरह सारा कुछ आगे वाली ना, तो बाबा नानक कहते भाई मरदाना जा की करना? महाराज कहते कुछ नहीं करना, बस चौंके ते गेड़ा दिया एक बारी जाके, तो उथों अग लैके आनी सी, नाले अग ले आई। भाई मरदाना जी गए, बचन मन्निया नहीं तो तुर पे। उन्होंने कहा कोई डाउट करना सी भी नहीं, फटाफट जाते ने। और जिथे उन्होंने अग पोचा लाया सी सारा, तो भाई मरदाना जी उन्होंने देख लिया, पंडित जी ने भी तो सीधे तुरया आउंदा, तो इन्ने ही वो उठ के उन्होंने कुछ कहता, तो भाई मरदाना जी ने वो चौंके ते जा चढ़े। ओ हो ज्यों ही वो चौंके वाले ने वेख्या होर तो कुछ सरिया नहीं, वो बलदी हुई अग दे विचों एक लकड़ कढ़ ली, भाई मरदाना जी दे मगर उतरिया। तो भाई मरदाना जी मूहरे मूहरे, तो मगर मगर लकड़ बलदी लकड़ लैके आ गए, बाबे नानक कोले आ गए। वो लैके तो उत्थे ही आना सी। तो जो ही कोले आया गुरु पातशाह जी मुस्कुरा पे, मरदाना जी कहते की गल भाई तू ये मगर लकड़ चक्की है? तो तुहानू नहीं पता ये कौन है तुहाडे नाल रखिया होया? तो डूम है। महाराज कहते पुरोहित जी, ये पंडित जी तुसीं इन्नी खेचल की सी, मैं तो इन्होंने अग लैण वास्ते भेजा, तुसीं खुद ही लैके आ गए, धन्नवाद तुहाडा। वो कहते मैं लैके नहीं आया अग, मैं इधर सिर च मारना है। क्यों? ये डूम है। बाणी विच गुरु पातशाह ने क्या कहते, कुबुद्ध डूमणी, तेरे अंदर देख केड़ा डूम बैठा, ये डूम नहीं हैगा। बैठ तेन बह जा कोले बिठा, तेन दसदा भी ये डूम आ की है। मरदानिया बजा रबाब। तो जदों बजी ना रबाब, देखते रबाब दे एडा गुणी, तू इनू डूम कहना? डूम ये नहीं, डूम की आ साडी मत है। कुबुद्ध, बुद्ध दा उल्ट कुबुद्ध, कुबुद्ध डूमणी, कुदया कसायण, एक कसाई शब्द तो कसायण बनता है साड़ी मत के आधार पर, क्योंकि इनू स्त्रीलिंग शब्द वरत्या था। मैं जिवें कुबुद्ध स्त्री आ, स्त्रीलिंग, बुद्ध का मतलब बुद्ध स्यों नहीं है ना, मतलब बुद्ध बुद्धि। तो दूसरे आप कहते बंदे की तेरी बुद्धि किहो जी है, ऐ तो नहीं कहते तेरा बुद्धि किहो जिहा, उल्ट नहीं कहते, क्योंकि स्त्रीलिंग शब्द वरते हैं। इस तरह कदायण, कदायण होता दया, दया का उल्ट कदायण, कसाई कसायण। गुरु पातशाह कहते ये डूमनी डूमनी तेरी मत विच बैठी है, जिहड़ी मत तेरी है ये डूम है। ये समाज दे विच आ है, जे दया नहीं ना हैगी ये कसायण, बंदे दी मत कसायण। तो बंदे दी सारी मत के आधार पर सब कुछ हो रहा सी ना। रात भी मैं जिक्र कर रहा सी, बाबा रविदास जी की कहते हैं, मलन भई मत माधवा, तेरी गत लखी ना साडी मत मलीन होई पई है। रब कित्थों दसेगा? रब तो जरे जरे च बैठा है। वो कहते नहीं नहीं नहीं, रब सूदरां च थोड़ी रहिंदा है। आ है किते इस नज़रिए नूं समझ, ये तुसीं इस तो किवें बाहर कढ़ दोगे? चलो छोड़ो, ये तो बहुत बाणी की डूंगी गल है, सौखी जी पढ़ो। अवल अल्लाह
सौखी तो समझ आउंदी आ, ये भी औखी लगदी होनी है, होर सौखी कर लो। असीं कहने जी नानक नाम चढ़दी कला, तुसीं सरबत दा ही भला मंग लिया, उहदे विच सूदर तां नहीं कड्ढे, कोई डेरे वाला तां नहीं कड्ढिया, कोई शराबी तां नहीं कड्ढे। ये उदों मंगिया जाना है जदों सारियां विच जोत दिसूगी, अदरवाइज सब तो नफरत दिसेगी, नीमा दिसेगा, माड़ा दिसेगा, चंगा दिसेगा। ये है एक नूं देखना, यही एक दा कॉन्सैप्ट हैगा। हो की रहा सी यही सीगा, बाबा जी कहते मत मैली हुई पी है, होर की है साडी मत दी जिहड़ी, वो मैं उस दिन कह रहा सी भी खूह दे डड्डू वाली आ, बस इस तो वहाँ कोई सोच ही नहीं सकते, इस तो कहाँ नहीं सोच सकते। हर जगह के उत्ते, क्योंकि हर चीज़ नूं समा पा के कहते, जदों ना एक बारी राम जी आ रहे सीगे मिलण वास्ते, तो जिन्हां पता लग्या ना बड़े बड़े ऋषियों नूं जां होर, उन्होंने कहा भी अपने अपने आश्रम तैयार कर लो, राम जी इत्थों दे आउणगे लंघणगे। तैयार कर ले, ऐन पूरियां तैयारियां कीतियां, बैठण वास्ते जगह बना ली, होर सब ने बना ली, होर साधु संत ऋषि मुझे आपस दे डेरे ला ला के बह गए। वो एक कोले, दो कोले, तीन कोले, सब ने तैयारी करी सी। ते किते भीलणी नूं भी पता लग गया। भील शब्द जिहड़ा भील शब्द है ना, भीलणी तां नाम दा होर है। भील, भील एक वो कास्ट सीगी जिहड़ी लोअर कास्ट, जिहनूं सूदर कहंदे सी। भील, भील तो भीलणी बनिया क्योंकि औरत सीगी वो। ਉਹਨੂੰ पता लगे भी राम जी इधर आ रहे ने, तो वो जाके किसी डेरे च जिवें किसी के आश्रम च गई भी इत्थों दी राम जी ने आना, मैनू भी बिठा लो, मैं भी दर्शन करूँ। उन्होंने गल हत्थे मार के बाहर कढ़ती, तू इत्थे किवें बढ़ जाएगी, चल आपदे बाहर। अखीर करते करते जिथे खत्म हो गए सारे दे आश्रम, उदों गाह जाके उन्हें अपना आसन बना के इत्थे बह गई। तो जो राम जी आए तो सब खड़े ने भी मेरे आश्रम च आउणगे, मेरे आश्रम किसी दे गए ही नहीं, तुरे आए सीधे। तो लास्ट में जाके कित्थे गए, उस भीलनी कोले चले गए। ये समझाउण दा संकेत है। उन्होंने समझाया भी तुसीं कहने हो यही तो जात पात तो बाहर कढ़ण की गल सी, पर साडे विच तो फिर रहा, असीं तो बड़े अपर क्लास हैं, ये लोअर क्लास है, ये माड़ी कास्ट है। क्योंकि नुकते नूं ना पछाणिया। नुकता की है साडे अंदर, सब दे विच की है, अवल अल्लाह नूर पाया कुदरत के सब एक नूर ते, करंट सारे च इक्को ही है। कबीर साहब ने कहा नहीं नहीं तू सूदर है, कबीर साहब ने तो चंगियाड़े कढ़ दिते। उन्होंने बाणी पढ़ो ना कदे, वो कहते अच्छा जो तू ब्राह्मण ब्राह्मणी का जाया, आन बाट काहे नहीं आया। सारा संसार जिमें जन्म लेंदा उवें तै जम्मिया, मेरे ते तेरे च की फर्क है। जे तू जो तू ब्राह्मण हम कत सूद, फिर फर्क क्यों है, मैं क्यों सूदर है तो तू क्यों ब्राह्मण। भी इस करके जन्म तो साडा इक्को ढंग ना होया। ਜਾਂ ਤਾਂ ਇਹ ਹੈ ਵੀ ਰੱਬ ਨੇ ਤੈਨੂੰ स्पैशल तारता धरती ते भी जा गो, नहीं ना। हम कत लहू तुम कत दूध, तो मेरे अंदर जे लहू है तेरे अंदर किहड़ा नस पाड़ के दुध निकलना, फर्क की है दस तो सही। आही गल समझाई है। ये है एक जोत, एक नूर, एक रूप। ये समाज दे बंधन सी, मैं बेनती कर रहा, ये बंधन सी, सरकार ने तोड़े। तो प्रोत जी कह लगे भी बाबा जी कहते बैठ जा सोने की रबाब, ये तेरी मत विच बैठी ने जिहड़ियां चीज़ां ये ने, ये जिहड़ियां तैनूं दूर कर रही ने परमेश्वर तो। जद तक साडी मलीन मत चेंज नहीं होगी, माफ़ी चाहांगा जो मर्जी करी है, धर्म कर्म कुछ भी नहीं होंदा है, कुछ नहीं होना है। मत उच्ची करनी पैगी, मत कलीन करनी पैगी। ज्यों जो मत उच्ची होएगी निराकार सब च दिसेगा, वाहिगुरू सब च दिसेगा, हर जोत च दिसेगा। पढ़ ही नहीं सकते तुसीं। अवल अल्लाह नूर पाया, अवल अल्लाह नूर पाया, कुदरत के सब बंदे, कुदरत के सब बंदे, एक नूर ते सब जग उपजिया, कौन भले कौन, कौन का क्वेश्चन मार्क है। फिर दसो कौन माड़ा ते कौन चंगा, दसो तो सही। नहीं है कोई।
ਮਾਫੀ ਚਾਹਾਂਗਾ। ਅਸੀਂ ਮੈਂ ਬੇਨਤੀ ਕਰ ਰਿਹਾ ਸੀ ਵੀ ਇਹ ਹੈ ਬੰਧਨ, ਇਹ ਬੰਧਨ ਨੇ ਸਾਡੇ ਲਈ ਮੈਂਟਲੀ ਤੌਰ 'ਤੇ, ਇਹਨਾਂ ਨੂੰ ਤੋੜਨਾ ਬਹੁਤ ਔਖਾ ਹੈ, ਇਹ ਨਹੀਂ ਟੁੱਟਦੇ। ਬੰਦਾ ਸਰੀਰ ਕਰਕੇ ਬੰਧਨਾਂ ਨੂੰ ਤੋੜ ਸਕਦਾ, ਪਰ ਜਿਹੜੇ ਇਹ ਬੰਧਨ ਨੇ ਇਹ ਖਤਰਨਾਕ ਨੇ, ਇਹ ਨਹੀਂ ਟੁੱਟਦੇ। ਇਹ ਇਹਨੂੰ ਕਹਿੰਦੇ ਨੇ ਗੁਲਾਮੀ, ਮਨ ਦੀ ਗੁਲਾਮੀ ਹੈ। ਮਨ ਕਰਕੇ ਗੁਲਾਮ ਹੋਇਆ, ਮਨ ਕਿਸੇ ਵੀ ਚੀਜ਼ ਦਾ ਗੁਲਾਮ। ਸ਼ਾਇਦ ਮੈਂ ਕੱਲ੍ਹ ਪਰਸੋਂ ਵੀ ਜ਼ਿਕਰ ਕਰ ਰਿਹਾ ਸੀ, ਹੁਕਮਨਾਮਾ ਆਉਂਦਾ ਨਾ ਕਈ ਵਾਰੀ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਗੋਲੇ ਦਾ ਮਤਲਬ ਮੈਂ ਫਿਰ ਵੀ ਬੇਨਤੀ ਕਰਾਂ, ਗੋਲਾ ਕਿਹਨੂੰ ਪਤਾ ਕਹਿੰਦੇ ਨੇ? ਜਿਹੜਾ ਵਿਦਾਊਟ ਐਨੀ ਪੇ, ਬਿਨਾਂ ਕਿਸੇ ਕੀਮਤ ਲਏ ਤੋਂ ਕੰਮ ਕਰੇ, ਉਹਨੂੰ ਕਹਿੰਦੇ ਨੇ ਗੋਲਾ। ਮਾਫੀ ਚਾਹਾਂਗਾ, ਮੈਂ ਤਾਂ ਆਪ ਗੁਰਦੁਆਰੇ ਤਨਖਾਹ ਲੈਣਾ, ਮੈਂ ਗੋਲਾ ਥੋੜ੍ਹੀ ਹਾਂ। ਬਿਨਾਂ ਪੇ ਉਹਨੂੰ ਕਹਿੰਦੇ ਨੇ ਗੋਲਾ। ਅਤੇ ਉਹਦਾ ਮਤਲਬ ਇਹ ਵੀ ਉਹ ਕਿਤੇ ਜਾਏਗਾ ਨਹੀਂ। ਗੋਲੇ ਦਾ ਮਤਲਬ ਇਹ ਹੁੰਦਾ ਕਿਤੇ ਨਹੀਂ ਜਾਏਗਾ। ਜੇ ਉਹਨੂੰ ਕਿਹਾ ਵੀ ਆਹ ਫਟੇ ਕੱਪੜੇ ਪਾ, ਉਹਨੇ ਉਹੀ ਪਾ ਕੇ ਫਿਰੀ ਜਾਣਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ 9 ਸਮਾਂ ਤਾਂ ਖਰੀਦ ਲਿਆ ਉਹਨੇ। ਮੈਂ ਤਾਂ ਇਹਦੇ ਦਰ 'ਤੇ ਵਿਕਿਆ ਹੋਇਆ, ਹਜੇ ਵੇਚਿਆ ਹੀ ਨਹੀਂ, ਮਨ ਵਿੱਚ ਹੈ। ਜਦੋਂ ਕਿਸੇ ਚੀਜ਼ ਖਰੀਦ ਲਈ ਉਹਦੀ ਮਰਜ਼ੀ ਆ। ਤੁਸੀਂ ਕੋਈ ਮੱਝ ਵੇਚ ਦਿੰਦੇ ਨੇ ਆਪ ਕਰਕੇ, ਮੱਝ ਵੇਚ ਦਿੱਤੀ, ਅਗਲੇ ਦੀ ਮਰਜ਼ੀ, ਧੁੱਪੇ ਖੜਾਵੇ ਛਾਵੇਂ ਖੜਾਵੇ, ਧਾਰ ਚੋਵੇ ਨਾ ਚੋਵੇ, ਤੂੜੀ ਪਾਵੇ ਪੱਠੇ ਪਾਵੇ, ਮਰਜ਼ੀ ਉਹਦੀ। ਉਹਨੇ ਐਂ ਥੋੜ੍ਹੀ ਕਹਿਣਾ ਮੱਝ ਨੇ ਵੀ ਕਿਉਂ ਨਹੀਂ ਪਾਏ। ਜਿਹੜਾ ਗੋਲਾ ਹੁੰਦਾ ਉਹਦੀ ਇਹ ਕੰਡੀਸ਼ਨ ਹੁੰਦੀ ਹੈ, ਗੋਲਾ ਗੁਲਾਮ ਮੰਨਦਾ, ਉਹਦੇ ਕੋਲ ਕੋਈ ਵੀ ਉਹਦੇ ਪਾਸਾ ਲੈਣਾ ਵੀ ਉਹਦੀ ਮਰਜ਼ੀ ਦਾ ਨਹੀਂ ਹੁੰਦਾ। ਗੋਲੇ ਦਾ ਮਤਲਬ ਇਹ ਹੁੰਦਾ ਹੈ ਗੁਲਾਮ। ਅਸੀਂ ਗੁਲਾਮ ਹੋ ਗਏ ਹਾਂ ਇਹਨਾਂ ਚੀਜ਼ਾਂ ਦੇ ਮਨ ਕਰਕੇ। ਮਨ ਸਾਡਾ ਗੁਲਾਮ ਹੈ, ਬਸ ਉਹਦੇ ਮਗਰ ਤੁਰਿਆ ਹੋਇਆ, ਇਹਨੂੰ ਗੁਲਾਮੀ ਕਹਿੰਦੇ ਨੇ। ਇਹ ਬੰਧਨ ਟੁੱਟਣਗੇ ਮਨ ਦੇ। ਟੁੱਟੇ ਬੰਧਨ ਬਾਬਾ ਜੀ ਕਹਿੰਦੇ ਜਦੋਂ ਟੁੱਟਦੇ ਨੇ, ਇਹ ਤੋੜਦਾ ਹੈ। ਗੁਰੂ ਨੇ ਤੋੜੇ, ਬੜਿਆਂ ਦੇ ਤੋੜੇ। ਤਾਂ ਅਗਲੀ ਪੰਕਤੀ ਵਿੱਚ ਸਾਹਿਬ ਮਹਾਰਾਜ ਕਹਿੰਦੇ, ਮਨ ਤਨ ਮੁਖ ਹੋਈਏ ਵਸੇ, ਜੋ ਚਾਹੋ ਸੋ ਹੋਏ। ਜਦੋਂ ਮਨ ਵਿੱਚ ਤਨ ਵਿੱਚ ਅਲੱਗ ਅਲੱਗ ਨਹੀਂ, ਸਾਰਿਆਂ ਦੀ ਹਿਕਮਤ ਹੈ। ਮਨ ਵਿੱਚ ਵੀ ਹੈ, ਮੁੱਖ ਵਿੱਚ ਵੀ ਰੱਬ ਹੈ। ਇਹ ਨਹੀਂ ਵੀ ਮਨ ਵਿੱਚ ਹੋਰ ਤੇ ਮੁੱਖ ਵਿੱਚ ਹੋਰ। ਉਹ ਤਾਂ ਕੱਚੇ ਨੇ, ਸੇ ਕਾਂਡੇ ਕੱਚੇ ਆ। ਕਾਂਡੇ ਦਾ ਮਤਲਬ ਕਹਿਣ ਦਾ, ਉਹਨੂੰ ਕੱਚਾ ਕਹੋ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਤੇ ਮੁੱਖ ਵਿੱਚ ਕੁਝ ਹੋਰ। ਇੱਕ ਰੂਪ ਹੋਣਾ ਚਾਹੀਦਾ। ਅੱਗੇ ਕਹਿੰਦੇ, ਟਹਿਲ ਮਹਿਲ ਤਾ ਕੋ ਮਿਲੈ, ਜਾਂ ਕੋ ਸਾਧ ਕਿਰਪਾਲ। ਸਾਧ ਵਾਰ ਵਾਰ ਸ਼ਬਦ ਆ ਰਹੇ, ਸਾਧ ਗੁਰੂ। ਗੁਰੂ ਜੀ ਤੇ ਕਿਰਪਾ ਕਰ ਦੇਣਾ। ਟਹਿਲ ਤੇ ਮਹਿਲ, ਭਗਤੀ ਤੇ ਪ੍ਰੇਮ ਉਹਨੂੰ ਮਿਲਦਾ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਸੇਵਾ ਤੇ ਭਗਤੀ ਉਹਨੂੰ ਮਿਲਦੀ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸਾਧੂ ਸੰਗਤ ਤਉ ਵਸੈ, ਜੋ ਆਪਨ ਹੋਏ ਦਿਆਲ। ਜਦੋਂ ਉਹ ਆਪ ਦਇਆ ਕਰਦਾ ਨਾ ਬੰਦਾ, ਤਾਂ ਸਾਧ ਸੰਗਤ 'ਚ ਬਹਿੰਦਾ ਹੈ ਆ ਕੇ। ਇਹ ਤਾਂ ਮੈਂ ਕਈ ਵਾਰੀ ਜ਼ਿਕਰ ਕੀਤਾ ਵੀ ਅਸੀਂ ਥੋੜ੍ਹੀ ਕਹਿ ਸਕਦੇ ਹਾਂ ਵੀ ਲਓ ਜੀ ਮੈਂ ਤਾਂ ਗੁਰਦੁਆਰੇ ਕਥਾ ਸੁਣ ਕੇ ਆਇਆ। ਨਾ ਭਾਈ, ਗੁਰੂ ਕਿਰਪਾ ਕਰਦਾ। ਸਾਧ ਸੰਗਤ 'ਚ ਬੈਠਣ ਦੀ ਵਿਧੀ ਹੈ, ਤਰੀਕਾ ਹੈ। ਗੁਰੂ ਕਿਰਪਾ ਕਰਦਾ ਹੈ ਤਾਂ ਆਉਂਦਾ। ਅਸੀਂ ਸੰਗਤ 'ਚ ਵੀ ਆ ਕੇ, ਮਾਫੀ ਚਾਹਾਂਗਾ, ਸੰਗਤ ਵਿੱਚ ਆ ਕੇ ਬੰਦਾ ਕੁਸੰਗਤ ਕਰ ਜਾਂਦਾ। ਬਾਬਾ ਰਵਿਦਾਸ ਜੀ ਦਾ ਨਾ ਕੱਲ੍ਹ ਵੀ ਅਸੀਂ ਜ਼ਿਕਰ ਕਰ ਰਹੇ ਸੀ, ਉਹਨਾਂ ਨੇ ਬੜਾ ਸੋਹਣਾ ਕਿਹਾ ਹੈ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਨਿਰਗੁਣ ਤੁਮ ਉਪਕਾਰੀ। ਮਾਧੋ ਅਸੀਂ ਤੇਰੀ ਸਤ ਸੰਗ ਦੇ ਵਿੱਚ ਬੈਠੇ ਹਾਂ, ਤੇਰੀ ਸਤ ਸੰਗ ਦੇ ਵਿੱਚ। ਅਤੇ ਅਸੀਂ ਕੀ ਹਾਂ? ਹਮ ਨਿਰਗੁਣ, ਅਸੀਂ ਤਾਂ ਔਗੁਣਾਂ ਦੇ ਪਰੇ ਹਾਂ, ਤੂੰ ਉਪਕਾਰ ਕਰਨ ਵਾਲਾ। ਅਤੇ ਅੱਗੇ ਅੱਗੇ ਸਾਨੂੰ ਦ੍ਰਿਸ਼ਟਾਂਤ ਇਹ ਦਿੱਤਾ ਉਹਨਾਂ ਨੇ ਸੰਗਤ ਵਿੱਚ ਬੈਠਣ ਦਾ। ਕਹਿੰਦੇ, ਸਾਧ ਸੰਗਤ ਮਿਲ ਰਹੀਏ ਮਾਧੋ। ਉਸ ਮਾਧੋ ਦੀ ਸੰਗਤ ਵਿੱਚ ਐਵੇਂ ਮਿਲ ਰਹੀਏ, ਐਵੇਂ ਬੈਠਣਾ ਚਾਹੀਦਾ। ਕਿਵੇਂ? ਜੈਸੇ ਮਦਪ ਮੁਖੀਰਾ, ਜੈਸੇ ਮਦਪ ਮੁਖੀਰਾ, ਜੈਸੇ ਮਦਪ ਕੀ ਹੁੰਦਾ? ਸ਼ਹਿਦ। ਮਖੀਰਾ ਹੁੰਦੀ ਹੈ ਮੱਖੀ, ਸ਼ਹਿਦ ਦੀ ਮੱਖੀ ਹੈ। ਕਈ ਕਹੀ ਜਾਣਗੇ ਵੀ ਆ ਮਖਿਆਲ ਖਾਣਾ, ਮਖਿਆਲ ਤਾਂ ਖਾਧਾ ਹੀ ਨਹੀਂ ਜਾਂਦਾ ਹੁੰਦਾ, ਮੱਖੀਆਂ ਥੋੜ੍ਹੀ ਖਾਣੀਆਂ ਨੇ। ਉਹਦਾ ਸ਼ਹਿਦ ਹੁੰਦਾ ਹੈ, ਉਹਦਾ ਨਾਂ ਵੀ ਮਖਿਆਲ ਹੀ ਰੱਖਦਾ। ਮਖਿਆਲ ਨਹੀਂ ਹੈਗਾ, ਮੱਖੀਆਂ ਹੁੰਦੀਆਂ ਨੇ। ਤਾਂ ਮਖਿਆਲ ਤਾਂ ਮੱਖੀਆਂ ਨੂੰ ਕਿਹਾ, ਝੁੰਡ ਨੂੰ। ਜਿਹੜਾ ਉਹਨਾਂ ਦਾ ਰਸ ਹੈ ਉਹਨੂੰ ਸ਼ਹਿਦ ਕਹਿੰਦੇ ਨੇ। ਮਦਪ ਕਹਿੰਦੇ, ਜਦੋਂ ਮਦਪ ਦੇ ਉੱਪਰ ਮੱਖੀ ਬੈਠੀ ਹੁੰਦੀ ਹੈ ਨਾ, ਤੁਸੀਂ ਦੇਖੋ 24 ਘੰਟੇ ਠੰਡ ਹੋਵੇ, ਗਰਮੀ ਹੋਵੇ, ਸਰਦੀ, ਉੱਥੇ ਬੈਠੇ ਰਹਿੰਦੇ ਨੇ, ਐਨ ਗੁੜੰਦ ਰਹਿੰਦੀਆਂ ਨੇ ਜਦ ਤੱਕ ਉਹਨੂੰ ਕੋਈ ਛੇੜੇ ਨਾ।
ਸਾਧ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ। ਕਿੰਨੀਆਂ ਮਤਲਬ ਕੈਸੇ ਐਗਜ਼ਾਮਪਲਸ ਗੁਰੂ ਸਾਹਿਬ ਸਾਡੇ ਲਈ ਸੈੱਟ ਕਰਕੇ ਦਿੰਦੇ ਨੇ ਵੀ ਆਹ ਦੇਖੋ ਕਿਵੇਂ ਮੱਖੀ ਤੋਂ ਸਿੱਖ ਕਿਵੇਂ ਬਹਿਣਾ ਸੰਗਤ ਦੇ ਵਿੱਚ। ਐ ਰਸ ਲੈ, ਐਵੇਂ ਰਸ ਲੈ ਕਿਤੇ ਤੈਨੂੰ ਸੰਗਤ 'ਚ ਬਹਿਣਾ ਆ ਜਾਏ। ਤੇ ਉਹ ਕਹਿੰਦੇ ਸਾਧੂ ਸੰਗਤ ਤਉ ਬਸੇ ਜੋ ਆਪਨ ਹੋਏ ਕਿਰਪਾਲ। ਜਦੋਂ ਕਿਰਪਾ ਕਰਦਾ ਬੰਦਾ ਇਉਂ ਸਾਧ ਸੰਗ ਵਿੱਚ ਵੱਸਦਾ ਏ। ਸੰਗਤ ਵਿੱਚ ਆ ਜਾਂਦਾ ਸਾਰੇ, ਸੰਗਤ ਵਿੱਚ ਆ ਸਕਦੇ ਨੇ ਸਾਰੇ, ਸੰਗਤ ਵਿੱਚ ਬੈਠ ਵੀ ਸਕਦੇ ਨੇ ਸਾਰੇ, ਪਰ ਸੰਗਤ ਵਿੱਚ ਮਿਲਦੇ ਹਰੇਕ ਨਹੀਂ ਹੁੰਦੇ। ਮਿਲ ਗਿਆ ਗੁਰੂ ਦੇ ਸ਼ਬਦ ਨਾਲ ਮਿਲ ਜਾਣਾ, ਜੁੜ ਜਾਣਾ, ਸਾਧ ਸੰਗਤ 'ਚ ਜੁੜ ਗਏ। ਇਹ ਹਰੇਕ ਦੇ ਵੱਸ 'ਚ ਨਹੀਂ, ਇਹ ਗੁਰੂ ਕਿਰਪਾ ਕਰਦਾ ਹੈ ਜਦੋਂ ਜੋੜ ਦਿੰਦਾ ਹੈ। ਅੱਗੇ ਕਹਿੰਦੇ ਟੋਹੇ ਟਾਹੇ ਬਹੁ ਪਵਨ ਬਿਨ ਨਾਵੈ ਸੁਖ ਨਾਹੇ। ਇਹ ਟੋਹੇ ਤੇ ਟਾਹੇ, ਟੋਏ ਆੜੇ ਨਾਲ ਤਾਂ ਟੋਏ ਹੁੰਦਾ, ਟੋਆ ਹੁੰਦਾ ਟੋਆ ਪੱਟਣਾ ਉਹ ਵਾਲਾ, ਇੱਕ ਹੁੰਦਾ ਟੋਹੇ ਟੋਹ ਕੇ ਦੇਖਣਾ, ਟੋਹਣਾ ਹੁੰਦਾ ਲੱਭਣਾ, ਖੋਜ ਕਰਨੀ। ਆਪਾਂ ਕਹਿੰਦੇ ਇੱਥੇ ਭਾਈ ਕੋਈ ਚੀਜ਼ ਖੋ ਗਈ, ਟੋਹ ਕੇ ਦੇਖੋ ਕਿੱਥੇ ਆ, ਟੋਹਣਾ। ਟੋਹੇ ਟਾਹੇ ਸਗਲ ਭਵਨ, ਕਹਿੰਦੇ ਮੈਂ ਸਾਰੇ ਭਵਨ ਟੋਲੇ, ਲੱਭ ਲਏ, ਖੋਜ ਲਏ, ਦੇਖ ਲਏ, ਕੀ ਹੋਇਆ? ਕਹਿੰਦੇ ਬਿਨ ਨਾਵੇਂ ਸੁਖ ਨਾਹੇ। ਗੁਰੂ ਅਰਜਨ ਪਾਤਸ਼ਾਹ ਕਿੱਡੀ ਕਮਾਲ ਦੀ ਗੱਲ ਕਹਿੰਦੇ ਨੇ, ਬਿਨਾਂ ਨਾਮ ਤੋਂ ਸੁੱਖ ਨਹੀਂ ਹੈ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਵਿਦ ਮਨ ਧੀਰੇ। ਮਨ ਨੂੰ ਸ਼ਾਂਤੀ ਕਦੇ ਆ ਹੀ ਨਹੀਂ ਸਕਦੀ। ਬਿਨਾਂ ਨਾਮ ਤੋਂ ਸੁੱਖ ਨਹੀਂ ਹੈ ਭਾਈ। ਟੋਹੇ ਟਾਹੇ ਬਹੁ ਪਵਨ, ਸਾਰੀ ਦੁਨੀਆ ਭਾਲ ਲਈ, ਨਾਮ ਤੋਂ ਬਿਨਾਂ ਸੁੱਖ ਨਹੀਂ। ਸੁੱਖ ਨਾਹੀ ਰੇ ਹਰ ਭਗਤ ਬਿਨਾਂ। ਅਗਲੀ ਪੰਕਤੀ ਵਿੱਚ ਕਹਿੰਦੇ ਟਹਿਲ ਜਾਮ ਕੇ ਦੂਤ ਤੇ ਜਾਓ ਸਾਧੂ ਸੰਗ ਸਮਾਏ। ਜਿਨ੍ਹਾਂ ਦੇ ਸਾਧ ਸੰਗ ਵਿੱਚ ਜਿਹੜੇ ਸਮਾ ਜਾਂਦੇ ਨੇ, ਟਹਿਲੇ ਜਾਮ ਕੇ ਦੂਤ ਤੇ, ਬਾਬਾ ਜੀ ਕਹਿੰਦੇ ਉਹਨਾਂ ਦੇ ਜਮ ਦੂਤ ਜਿਹੜੇ ਬੇਕਾਰ ਨੇ ਉਹ ਦੌੜ ਜਾਂਦੇ, ਨਿਕਲ ਜਾਂਦੇ। ਟਹਿਲ ਕਰਨਾ ਹੁੰਦਾ ਨਾ, ਕਦਮ ਦਰ ਕਦਮ, ਆਪਾਂ ਕਹਿੰਦੇ ਬੰਦਾ ਟਹਿਲ ਰਿਹਾ, ਉਹ ਵੀ ਟਹਿਲ ਹੈ। ਸੇਵਾ ਕਰਨੀ ਵੀ ਟਹਿਲ ਹੈ, ਤੁਰਨਾ ਵੀ ਟਹਿਲ ਹੈ, ਕਈ ਰੂਪ ਦੇ ਵਿੱਚ ਹੈ। ਤੇ ਕਹਿੰਦੇ ਉਹ ਦੌੜ ਜਾਂਦੇ ਨੇ, ਚਲੇ ਜਾਂਦੇ ਨੇ। ਬਾਰ ਬਾਰ ਜਾਉ ਸੰਤ ਸਦਕੇ, ਮੈਂ ਆਪਣੇ ਗੁਰੂ ਤੋਂ ਬਾਰ ਬਾਰ ਸਦਕੇ ਜਾਂਦਾ ਹਾਂ। ਉਸ ਤੋਂ ਨਾਨਕ ਪਾਪ ਵਿਨਾਸੇ ਕਦ ਕੇ। ਕਦ ਕੇ ਨਾ ਸ਼ਬਦ ਪੰਜਾਬੀ ਦਾ ਠੇਠ ਹੈ। ਆਪਾਂ ਕਹਿੰਦੇ ਕਦਕ ਦੀ ਗੱਲ ਹੈ, ਇਹ ਕਦਕ ਦੀ ਗੱਲ ਹੈ ਜਾਂ ਕਦੋਂ ਦੀ ਗੱਲ ਹੈ। ਕਦ ਦਾ ਸ਼ਬਦ ਹੈ ਟਾਈਮ, ਕਦ ਕੇ, ਪਤਾ ਨਹੀਂ ਕਦੋਂ ਦੇ ਉਹਨੇ ਮੇਰੇ ਪਾਪ ਦਾ ਨਾਸ਼ ਕਰਤਾ। ਬਾਰ ਬਾਰ ਜਾਉ ਸੰਤ ਸਦਕੇ, ਮੈਂ ਗੁਰੂ ਤੋਂ ਬਲਿਹਾਰ ਜਾਣਾ ਹੈ ਜਿਹਨੇ ਮੇਰੇ ਕਿੰਨੇ ਜਨਮਾਂ ਦੇ ਜਿਹੜੇ ਪਾਪ ਨੇ ਨਾਸ਼ ਕਰ ਦਿੱਤੇ ਨੇ। ਇਸ ਕਰਕੇ ਕਹਿੰਦੇ ਮੈਂ ਉਹਦੀ ਸੇਵਾ ਕਰਾਂ, ਉਹਦੀ ਟਹਿਲ ਕਰਾਂ, ਕਿਉਂਕਿ ਸੇਵਾ ਉਹਦੇ ਵਿੱਚ ਹੀ ਸਾਰੇ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਹੋਏ। ਗੁਰੂ ਨੂੰ ਸੇਵਿਆਂ ਹੀ ਸੁਖ ਹੋਇਆ ਜਾਏਗਾ, ਸੁਖੀ ਹੋ ਸਕਦੇ ਹਾਂ ਤੇ ਸਾਰੇ ਬੰਧਨ ਟੁੱਟ ਸਕਦੇ ਨੇ। ਇਹ ਵਿਕਾਰਾਂ ਦੇ ਬੰਧਨ, ਅੰਦਰਲੇ ਬੰਧਨ, ਇਹ ਗੁਰੂ ਤੋੜ ਦਿੰਦਾ ਹੈ ਜਿਹੜੇ ਗੁਰੂ ਦੇ